काले लिखना लेख आप नडे गिरिवान में सिर नीमा कर देख। आप नडे गिरिवान में है सिर नीमा कर देख। गुरु रूप सन्मानयोग साध संगत जी, गुरु साहिब दी बख्शिश होई है। गुरु जी दे सोहणे चरनां दे विच सजन दा सानू कीमती सुभाग भरिया समा वाहिगुरु जी ने बख्शिया है। गुरबाणी दी विचार नूं आरंभ करिए। प्रथम प्यार अदब अते सत्कार दे नाल आखिए जी वाहिगुरु जी का खालसा वाहिगुरु जी की फतेह। अज दा जो बचन है श्री मुखवाक साहिब, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ। ਰਾਗ ਹੈ ਸੂਹੀ। 739 ਅੰਗ ਤੋਂ ਆਰੰਭ ਹੋ ਕੇ 740 ਅੰਗ ਤੇ ਸੰਪੂਰਨ ਹੋ ਜਾਂਦਾ ਹੈ ਵਾਕ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੇ ਰੱਬ ਦੇ ਪਿਆਰੇ ਹਨ, ਗੁਰਮੁਖ ਜਨ ਜਾਂ ਸਾਧੂ ਸੰਤ, ਉਹਨਾਂ ਦੇ ਬਾਰੇ ਜ਼ਿਕਰ ਕੀਤਾ। ਤੇ ਅਸਲ ਦੇ ਵਿੱਚ ਸਾਡੇ ਬਹੁਤ ਤਰ੍ਹਾਂ ਦੇ ਮਿੱਤਰ ਹੁੰਦੇ ਆ। ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ, ਅਸੀਂ ਬਹੁਤਿਆਂ ਦੇ ਮਿੱਤਰ ਬਣਦੇ ਹਾਂ, ਬਹੁਤ ਲੋਕ ਸਾਡੇ ਦੋਸਤ ਬਣਦੇ ਆ। ਪਰ ਉਹਦੇ ਵਿੱਚ ਇਹ ਦੇਖਣਾ ਹੁੰਦਾ ਕਿ ਕੁਝ ਦੋਸਤ ਸਾਡੀ ਜ਼ਿੰਦਗੀ ਨੂੰ ਗੁਰੂ ਨਾਲ ਜੋੜਨ ਵਾਲੇ ਹੁੰਦੇ ਆ। ਕੁਝ ਦੋਸਤ ਐਸੇ ਵੀ ਹੁੰਦੇ ਆ ਜਿਹੜੇ ਗੁਰੂ ਨਾਲੋਂ ਸਾਨੂੰ ਤੋੜਨ ਵਾਲੇ ਹੁੰਦੇ ਆ। ਹੁਣ ਹਰ ਬੰਦੇ ਦਾ ਸੁਭਾਅ ਵੱਖ-ਵੱਖ ਆ। ਕਿਸੇ ਵੀ ਇਨਸਾਨ ਦਾ ਕਿਸੇ ਨਾਲ ਅੰਗੂਠੇ ਦਾ ਨਿਸ਼ਾਨ ਤੱਕ ਨਹੀਂ ਮਿਲਦਾ, ਸੁਭਾਅ ਕਿਵੇਂ ਮਿਲੇਗਾ। ਮੇਰੇ ਪ੍ਰਭ ਸੱਚ ਇੱਕ ਖੇਲ ਰਚਾਇਆ। ਮੇਰੇ ਰੱਬ ਨੇ, ਵਾਹਿਗੁਰੂ ਨੇ ਇੱਕ ਖੇਲ ਬਣਾਇਆ। ਕੋਏ ਨਾ ਕਿਸੇ ਹੀ ਜਿਹਾ ਉਪਾਇਆ। ਕੋਈ ਵੀ ਕਿਸੇ ਵਰਗਾ ਨਹੀਂ ਬਣਾਇਆ। ਤੁਸੀਂ ਆਪਣੇ ਅੰਗੂਠੇ ਦਾ ਨਿਸ਼ਾਨ ਦੇਖੋ, ਇਸ ਦੁਨੀਆ ਵਿੱਚ ਕਿਸੇ ਨਾਲ ਵੀ ਨਹੀਂ ਮਿਲੇਗਾ। ਸੁਭਾਅ ਵੀ ਇਵੇਂ ਹੀ ਆ। ਇੱਕ ਬੰਦੇ ਦਾ ਸੁਭਾਅ ਦੂਜੇ ਨਾਲ ਕਦੇ ਵੀ ਮੇਲ ਨਹੀਂ ਖਾ ਸਕਦਾ। ਵੱਖ-ਵੱਖ ਸੁਭਾਅ ਨੇ, ਵੱਖ-ਵੱਖ ਸਰੀਰ 'ਤੇ ਜਿਹੜੇ ਚਿੰਨ੍ਹ ਆ, ਉਹ ਬੋਲ ਬਾਣੀ, ਕਿਸੇ ਦੀ ਟੂਨ ਆ ਜਿਹੜੀ ਆਵਾਜ਼ ਦੀ ਵੱਖ-ਵੱਖ ਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਬਹੁਤ ਲੋਕ ਤੁਹਾਨੂੰ ਮਿਲਦੇ ਆ, ਤੁਸੀਂ ਬਹੁਤ ਲੋਕਾਂ ਨੂੰ ਮਿਲਦੇ ਆ। ਆਪਾਂ ਹੁਣ ਕਈਆਂ ਨੂੰ ਦੇਖ ਕੇ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹਦੀ ਯਾਦ ਵੀ ਆਉਂਦੀ ਆ। ਕਈਆਂ ਨੂੰ ਮਿਲ ਕੇ ਉਹਦੇ ਨੇੜੇ ਵੀ ਹੋ ਜਾਈਦਾ। ਕਈ ਐਸੇ ਆ ਜਿਹੜੇ ਬਿਲਕੁਲ ਵੀ ਉਹਦੀ ਸਾਂਝ ਨਹੀਂ ਪਾਉਂਦੇ ਵਾਹਿਗੁਰੂ ਦੀ, ਉਹ ਸਾਨੂੰ ਦੂਰ ਕਰ ਦਿੰਦੇ ਆ ਰੱਬ ਤੋਂ। ਆਪ ਵੀ ਉਹ ਦੂਰ ਨੇ, ਸਾਨੂੰ ਵੀ ਸੰਗਤ ਕਰਕੇ ਦੂਰ ਕਰਦੇ। ਕਈ ਹੁਣ ਐਸੇ ਨੇ ਕਿ ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਆ, ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ। ਜਿਉਂ-ਜਿਉਂ ਉਹਨਾਂ ਦੇ ਨੇੜੇ ਹੁੰਦੇ ਆ, ਤਿਵੇਂ-ਤਿਵੇਂ ਰੱਬ ਨਾਲ ਦੁੱਗਣਾ ਪਿਆਰ ਪੈਂਦਾ। ਇੱਕ ਉਹ ਆ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਇੱਕ ਬੁਰੇ ਬੰਦੇ ਆ, ਮਾੜੇ ਬੰਦੇ, ਜਿਹੜੇ ਬਦਕਿਸਮਤ ਆ, ਜਿਹੜੇ ਕਾਲੀ ਕੰਬਲੀ ਵਰਗੇ ਆ, ਜਿਹੜੀ ਧੋਤਿਆਂ ਕਦੇ ਵੀ ਚਿੱਟੀ ਨਹੀਂ ਹੋ ਸਕਦੀ।
ਇੱਕ ਉਹ ਵੀ ਬੰਦੇ ਹੈਗੇ ਆ। ਉਹਨਾਂ ਦੇ ਕਰਕੇ ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕੇ ਉਚੀਤ। ਉਹਨਾਂ ਦੀ ਸੰਗਤ ਕਰਕੇ ਚਿੱਤ ਅੱਧ ਵਾਟੇ ਰਹਿ ਜਾਂਦਾ ਮਨ। ਤਾਂ ਹੁਣ ਅਸਲੀ ਮਿੱਤਰ ਕੌਣ ਆ ਸਾਡੇ? ਗੁਰੂ ਅਰਜਨ ਦੇਵ ਜੀ ਨੇ ਉਹਦੀ ਹੀ ਤਸਵੀਰ ਇਸ ਹੁਕਮ ਦੇ ਵਿੱਚ ਪੇਸ਼ ਕੀਤੀ ਹੈ ਕਿ ਉਹ ਮਿੱਤਰ ਤੇਰੇ ਅਸਲੀ ਆ ਬੰਦਿਆ, ਜਿਨ੍ਹਾਂ ਦੇ ਸੰਗ ਹੋ ਕੇ ਕਰੋੜਾਂ ਪਾਪ ਉਤਰਦੇ ਆ, ਭਵਜਲ ਤੋਂ ਤਰ ਜਾਈਦਾ ਹੈ, ਜਿਹੜੇ ਨਾਮ ਦੀ ਯਾਦ ਦਿਵਾਉਂਦੇ ਆ, ਜਿਹੜੇ ਸ਼ਬਦ ਨੂੰ ਸੁਣਾਉਂਦੇ ਆ, ਜਿਨ੍ਹਾਂ ਦੀ ਸੇਵਾ ਕਰਕੇ ਜਮਦੂਤ ਦੂਰ ਹੁੰਦੇ ਆ, ਜਨਮ ਤੇ ਮਰਨ ਭਾਵ, ਜਿਨ੍ਹਾਂ ਦੀ ਸੰਗਤ ਕੀਤਿਆਂ ਸਿਮਰਨ ਤੇ ਮੁਖ ਉਜਲਾ ਹੁੰਦਾ ਹੈ, ਜਿਨ੍ਹਾਂ ਦੀ ਸੇਵਾ ਕੀਤਿਆਂ ਮਨ ਨੂੰ ਸਕੂਨ ਮਿਲਦਾ, ਉਹ ਅਸਲੀ ਸੰਗਤ ਆ ਤੁਹਾਡੀ। ਆਓ ਹੁਣ ਆਪਾਂ ਇਹਦੇ ਬਾਰੇ ਵਿਚਾਰੀਏ ਵਿਸਥਾਰ ਦੇ ਨਾਲ। ਸੂਹੀ ਮਹੱਲਾ ਪੰਜਵਾ। ਰਾਗ ਹੈ ਸੂਹੀ ਮਹੱਲਾ ਪੰਜਵਾ ਤੋਂ ਭਾਵ ਪੰਜਵੇਂ ਗੁਰੂ ਦੀ ਬਾਣੀ ਹੈ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕੋਟ ਕਰੋੜਾਂ ਪਾਪ ਉਤਰ ਜਾਂਦੇ, ਗਲਤ ਆਦਤਾਂ ਛੁੱਟ ਜਾਂਦੀਆਂ ਨੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ, ਜਿਨ੍ਹਾਂ ਨੂੰ ਮਿਲਿਆ ਪਾਪ ਲੈ ਜਾਂਦੇ ਆ, ਜਿਨ੍ਹਾਂ ਨੂੰ ਮਿਲ ਕੇ ਸੰਸਾਰ ਤੋਂ ਤਰ ਜਾਈਦਾ ਹੈ, ਜਿਨ੍ਹਾਂ ਨੂੰ ਮਿਲ ਕੇ ਕਰਮ ਠੀਕ ਹੋ ਜਾਂਦੇ ਆ। ਓਏ ਸਾਜਨ ਓਏ ਮੀਤ ਪਿਆਰੇ, ਉਹੀ ਤਾਂ ਅਸਲੀ ਸਾਜਨ ਆ ਸਾਡੇ, ਉਹੀ ਤਾਂ ਅਸਲੀ ਮਿੱਤਰ ਆ ਸਾਡੇ, ਉਹੀ ਸੱਜਣ ਨੇ, ਉਹੀ ਮਿੱਤਰ ਨੇ ਜਿਹੜੇ ਅਸਲੀ ਮਿੱਤਰ ਆ। ਜੋ ਹਮਕੋ ਹਰ ਨਾਮ ਚਿਤਾਰੇ, ਜਿਹੜੇ ਮੈਨੂੰ ਨਾਮ ਦੇ ਵੱਲ ਪ੍ਰੇਰਦੇ ਆ, ਜਿਹੜੇ ਮੈਨੂੰ ਦੱਸਦੇ ਆ ਕਿ ਇਹ ਜ਼ਿੰਦਗੀ ਤੇਰੀ ਇਵੇਂ ਆ। ਇਹੋ ਜਿਹੇ ਸੰਤ ਹੀ, ਗੁਰੂ ਹੀ ਅਸਲੀ ਮਿੱਤਰ ਹੈ, ਗੁਰੂ ਹੀ ਅਸਲੀ ਸਾਧਨ ਹੈ, ਜਿਹਨੇ ਮੈਨੂੰ ਨਾਮ ਦੇ ਵੱਲ ਜੋੜਿਆ, ਜਿਸ ਨੇ ਮੈਨੂੰ ਸੋਝੀ ਕਰਵਾਈ ਆ ਇਸ ਦੁਨੀਆ ਦੇ ਵਿੱਚ ਆਉਣ 'ਤੇ ਕਿ ਅਸਲ ਜ਼ਿੰਦਗੀ ਕਿਹਨੂੰ ਕਹਿੰਦੇ ਆ। ਹੁਣ ਮਿੱਤਰਾਂ ਦੀ ਗੱਲ ਆ। ਕਈ ਮਿੱਤਰ ਐਸੇ ਹੁੰਦੇ ਆ, ਉਹ ਸ਼ਾਮ ਨੂੰ ਫੋਨ ਕਰਦੇ ਆ ਜਾਂ ਕਹਿੰਦੇ ਆ ਆਪਾਂ ਡਰਿੰਕ ਕਰੀਏ, ਸ਼ਰਾਬ ਪੀਏ, ਇਕੱਠੇ ਬੈਠੀਏ, ਜਾਂ ਕੁਝ ਗਲਤ ਕੰਮ ਕਰਨ ਲਈ ਵੀ ਪ੍ਰੇਰਦੇ ਆ। ਕੁਝ ਮਿੱਤਰ ਐਸੇ ਵੀ ਹੁੰਦੇ ਆ, ਉਹ ਕਹਿੰਦੇ ਆਓ ਸਾਧ ਸੰਗਤ ਆਪਾਂ ਕਰੀਏ, ਚੰਗੀਆਂ ਪੁਸਤਕਾਂ ਦਾ ਆਨੰਦ ਲਈਏ। ਕੁਝ ਐਸੇ ਵੀ ਹੁੰਦੇ ਆ। ਤਾਂ ਹੁਣ ਸੰਗਤ ਹੀ ਜਿਹੜੀ ਆ ਉਹ ਦੱਸਦੀ ਆ ਕਿ ਬੰਦਾ ਕਿਹੋ ਜਿਹਾ ਹੋਵੇਗਾ। ਚੀਨ ਦੀ ਇੱਕ ਕਹਾਵਤ ਆ ਕਿ ਤੁਸੀਂ ਮੈਨੂੰ ਆਪਣੇ 5 ਦੋਸਤਾਂ ਦਾ ਨਾਮ ਦੱਸੋ ਤੇ ਮੈਂ ਦੱਸੂਗਾ ਤੁਸੀਂ ਕਿੱਦਾਂ ਦੇ ਹੋ। ਤੁਸੀਂ ਮੈਨੂੰ ਕੋਈ ਵੀ ਆਪਣੇ 5 ਜਿਹੜੇ ਦੋਸਤ ਆ ਉਹਨਾਂ ਦੇ ਨਾਮ ਦੱਸੋ, ਫਿਰ ਅਸੀਂ ਦੱਸਾਂਗੇ ਤੁਸੀਂ ਕਿੱਦਾਂ ਦੇ ਵਿਅਕਤੀ ਹੋ। ਉਹੀ ਗੱਲ ਨੂੰ ਗੁਰੂ ਸਾਹਿਬ ਜੀ ਕਹਿ ਰਹੇ ਆ, ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਓਏ ਸਾਜਨ ਓਏ ਮੀਤ ਪਿਆਰੇ। ਜਿਨ੍ਹਾਂ ਦਾ ਸ਼ਬਦ ਸੁਣ ਕੇ ਸੁੱਖ ਮਿਲਦਾ, ਸ਼ਾਂਤੀ ਮਿਲਦੀ ਆ, ਉਹ ਅਸਲੀ ਮਿੱਤਰ ਆ। ਜਾ ਕੀ ਟਹਿਲ ਜਮਦੂਤ ਵਿਦਾਰੇ, ਜਿਨ੍ਹਾਂ ਦੀ ਸੇਵਾ ਕੀਤਿਆਂ ਜਮਾਂ ਦਾ ਡਰ ਨਹੀਂ ਰਹਿੰਦਾ, ਜਨਮ ਦਾ, ਮਰਨ ਦਾ, ਵਿਕਾਰਾਂ ਦਾ। ਜਾ ਕੀ ਧੀਰਕ ਇਸ ਮਨੇ ਸੁਧਾਰੇ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਨਾ ਧੀਰਜ ਮਿਲਦਾ, ਇਹ ਮਨ ਨੂੰ ਟੇਕ ਮਿਲਦੀ ਆ, ਸਹਾਰਾ ਮਿਲਦਾ। ਜਾ ਕੈ ਸਿਮਰਨ ਮੁਖ ਉਜਲਾਰੇ, ਜਿਨ੍ਹਾਂ ਦੀ ਸੰਗਤ ਕੀਤਿਆਂ ਸਿਮਰਨ ਜਪ ਲਈਦਾ ਹੈ, ਜਿਨ੍ਹਾਂ ਦੀ ਸੰਗਤ ਕੀਤਿਆਂ ਬਾਣੀ ਪੜ੍ਹ ਲਈਦੀ ਆ, ਮੁਖ ਉਜਲਾਰੇ, ਮੁਖ ਵੀ ਉਜਲਾ ਹੋ ਜਾਂਦਾ, ਮੁਖ ਵੀ ਉਜਲਾ ਹੋ ਜਾਂਦਾ। ਓਏ ਸਾਜਨ ਓਏ ਮੀਤ ਪਿਆਰੇ, ਉਹੀ ਅਸਲੀ ਮਿੱਤਰ ਆ।
ਤਾਂ ਮਿੱਤਰ ਦੀ ਪਛਾਣ ਹੋਣੀ, ਕੌਣ ਭਲਾ ਮਿੱਤਰ ਹੈ, ਕਿਵੇਂ ਪਛਾਣ ਆਵੇ, ਉਹ ਗੁਰੂ ਸਾਹਿਬ ਜੀ ਨੇ ਦੱਸਿਆ। ਬਸ ਜਿਹਦੀ ਸੰਗਤ ਵਿੱਚੋਂ ਤੁਹਾਨੂੰ ਸੋਝੀ ਮਿਲਦੀ ਆ ਕਿ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਆਪਾਂ ਨੂੰ ਕਰਨਾ ਚਾਹੀਦਾ ਜਾਂ ਚੰਗੇ ਸਮਾਜ ਦੇ ਕੰਮ ਕਰਨੇ ਚਾਹੀਦੇ ਆ, ਅਸਲੀ ਮਿੱਤਰ ਉਹੀ ਆ ਤੁਹਾਡਾ, ਉਹਦੀ ਪਛਾਣ ਇਹੀ ਆ। ਅਤੇ ਉਹਦੀ ਸੰਗਤ ਕੀਤਿਆਂ ਸਿਮਰਨ ਮਿਲੇਗਾ, ਮੁਖ ਉਜਲਾ ਹੋਵੇਗਾ, ਸ਼ਬਦ ਜਿਹੜਾ ਹੈ ਉਹ ਕਹਿਣ ਨੂੰ ਜੀ ਕਰੂਗਾ, ਹੋਰ ਖੋਜਣ ਨੂੰ ਜੀ ਕਰੂਗਾ, ਮਨ ਦੀ ਵਿੱਦਿਆ ਪੜ੍ਹਨ ਦਾ ਚਿੱਤ ਕਰੇਗਾ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੂੰ ਹੀ ਅਸਲੀ ਮਿੱਤਰ ਕਹੋ। ਇਸ ਕਰਕੇ ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਕਹਿ ਰਹੇ ਆ, ਸਮਾਜ ਵਿੱਚ ਬਹੁਤ ਤਰ੍ਹਾਂ ਦੇ ਲੋਕ ਆ, ਸਾਰੇ ਹੀ ਰੱਬ ਨੇ ਬਣਾਏ ਆ, ਚਾਹੇ ਚੰਗੇ ਆ ਚਾਹੇ ਮਾੜੇ ਆ, ਚਾਹੇ ਚੋਰ ਆ ਚਾਹੇ ਸੰਤ ਆ, ਕੋਈ ਵੀ ਆ, ਉਹ ਰੱਬ ਤੋਂ ਬਾਹਰ ਨਹੀਂ ਹੈਗੇ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਚੋਰ ਵੀ ਉਹਦੇ ਹੁਕਮ 'ਚ ਆ, ਲੁਟੇਰੇ ਵੀ ਉਹਦੇ ਹੁਕਮ 'ਚ ਆ, ਰਿਸ਼ਵਤਖੋਰੀ ਵੀ ਉਹਦੇ ਹੁਕਮ 'ਚ ਆ। ਪਰ ਇਹ ਹੁਣ ਅਸੀਂ ਵੇਖਣਾ ਹੈ ਕਿ ਅਸੀਂ ਕਿਹਦੀ ਸੰਗਤ ਕਰਨੀ ਹੈ। ਇਹ ਨਹੀਂ ਕਿ ਇੱਕ ਪਿੰਡ ਦੇ ਵਿੱਚ ਕਦੇ ਵੀ ਇੱਦਾਂ ਨਹੀਂ ਹੁੰਦਾ ਵੀ ਤੁਹਾਨੂੰ ਚੰਗੇ ਹੀ ਲੋਕ ਮਿਲੀ ਜਾਣਗੇ, ਤੁਸੀਂ ਸ਼ਹਿਰ ਗਏ ਹੋ ਤੁਹਾਨੂੰ ਚੰਗੇ ਹੀ ਲੋਕ ਮਿਲੀ ਜਾਣਗੇ, ਇਹ ਕਦੇ ਵੀ ਨਹੀਂ ਹੁੰਦਾ। ਜਿੱਥੇ ਲੋਕ ਚੰਗੇ ਵੱਸਦੇ ਆ ਉੱਥੇ ਨਾਲ ਹੀ ਉਹਨਾਂ ਦੇ ਬੁਰੇ ਲੋਕ ਵੀ ਹੁੰਦੇ ਆ। ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਚੰਗੇ ਲੋਕ ਵੀ ਸਾਨੂੰ ਮਿਲਣਗੇ, ਬੁਰੇ ਲੋਕ ਵੀ ਮਿਲਣਗੇ। ਹੁਣ ਇਹ ਅਸੀਂ ਵੇਖਣਾ ਕਿ ਅਸੀਂ ਉਹਨਾਂ ਵਿੱਚੋਂ ਕਿਹਨੂੰ ਚੁਣਨਾ ਹੈ। ਕੋਈ ਵੀ ਬੱਚੇ ਸਕੂਲ ਜਾਂਦੇ ਆ ਪੜ੍ਹਨ, ਕੋਈ ਵੀ ਬੱਚੇ ਆ ਕਾਲਜ ਜਾਂਦੇ ਆ ਪੜ੍ਹਨ, ਜਾਂ ਅਸੀਂ ਰਹਿੰਦੇ ਹਾਂ ਪਿੰਡ ਵਿੱਚ, ਸ਼ਹਿਰ ਵਿੱਚ ਜਾਂਦੇ, ਬਹੁਤ ਤਰ੍ਹਾਂ ਦੇ ਲੋਕ ਆ। ਅਸੀਂ ਵੇਖਣਾ ਕਿ ਅਸੀਂ ਕਿਹਦੀ ਸੰਗਤ ਚੁਣਨੀ ਆ। ਸੰਗਤ ਹੁਣ ਹੁੰਦੀ ਕੀ, ਆਪਾਂ ਆਓ ਇਹਦੇ ਬਾਰੇ ਪਹਿਲਾਂ ਵਿਚਾਰੀਏ। ਦੇਖਣਾ ਸੰਗਤ ਆ ਅੱਖਾਂ ਨਾਲ, ਕੰਨਾਂ ਨਾਲ ਸੁਣਨਾ ਸੰਗਤ ਆ। ਅਸੀਂ ਕੀ ਵੇਖਦੇ ਹਾਂ, ਅਸੀਂ ਕੀ ਸੁਣਦੇ ਹਾਂ, ਇਹ ਚੀਜ਼ ਤੈਅ ਕਰਦੀ ਆ ਵੀ ਸਾਡਾ ਮਨ ਕਿੱਦਾਂ ਦਾ ਹੋਊਗਾ। ਅਸੀਂ ਵੇਖਦੇ ਕੀ ਹਾਂ, ਅਸੀਂ ਸੁਣਦੇ ਕੀ ਹਾਂ, ਇਹ ਗੱਲ ਬਹੁਤ ਮਾਇਨੇ ਰੱਖਦੀ ਆ। ਜੋ ਸੁਣਾਂਗੇ, ਜੋ ਵੇਖਾਂਗੇ, ਜੋ ਪੜ੍ਹਾਂਗੇ, ਜਿਹੋ ਜਿਹਾ ਉਹੋ ਜਿਹੇ ਅਸੀਂ ਹੋਣਾ ਸ਼ੁਰੂ ਹੋ ਜਾਂਦੇ। ਤਾਂ ਹੁਣ ਜਦੋਂ ਗੁਰੂ ਸਾਹਿਬ ਜੀ ਕਹਿ ਰਹੇ ਆ, ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਿਨ੍ਹਾਂ ਦੀ ਸੰਗਤ ਕੀਤਿਆਂ ਸ਼ਬਦ ਸੁਣਨ ਨੂੰ ਮਿਲਦਾ, ਤੇ ਉਹਨਾਂ ਦੀ ਸੰਗਤ ਕਰਕੇ ਫਿਰ ਮਨ ਨੇ ਚੰਗਾ ਹੀ ਬਣਨਾ ਜਦੋਂ ਸ਼ਬਦ ਸੁਣਨ ਨੂੰ ਮਿਲਦਾ। ਹੁਣ ਇਹ ਸਾਰੀਆਂ ਚੀਜ਼ਾਂ ਇਹ ਵੇਖਣੀਆਂ ਕਿ ਸੰਗਤ ਕੀ ਆ, ਸੰਗਤ ਦੀ ਪਰਿਭਾਸ਼ਾ ਕੀ ਆ। ਸੁਣਨਾ ਸੰਗਤ ਆ, ਦੇਖਣਾ ਸੰਗਤ ਆ, ਅੱਖਾਂ ਸੰਗਤ ਕਰਦੀਆਂ, ਕੰਨ ਸਾਡੇ ਸੰਗਤ ਕਰਦੇ ਆ। ਇਹ ਨਹੀਂ ਕਿ ਗੁਰਦੁਆਰੇ ਸੰਗਤ ਕਰਦੇ ਆ, ਬਾਹਰ ਵੀ ਸੰਗਤ ਆ। ਗੁਰੂ ਘਰੋਂ ਬਾਹਰ ਜਾਂਦੇ ਆ ਉਦੋਂ ਵੀ ਅੱਖਾਂ ਜੋ ਵੇਖਦੀਆਂ ਸੰਗਤ ਹੀ ਕਰ ਰਹੀਆਂ ਹੁੰਦੀਆਂ, ਕੰਨ ਜੋ ਸੁਣ ਰਹੇ ਹੁੰਦੇ ਆ ਸੰਗਤ ਹੀ ਕਰ ਰਹੇ ਹੁੰਦੇ ਆ, ਰਸਨਾ ਜੋ ਬੋਲਦੀ ਆ ਸੰਗਤ ਹੀ ਕਰ ਰਹੀ ਹੁੰਦੀ ਆ। ਤਾਂ ਇਹ ਸਾਰੀਆਂ ਚੀਜ਼ਾਂ ਸੰਗਤ ਕਰਦੀਆਂ, ਕੱਲੀ ਕੱਲੀ ਚੀਜ਼। ਤਾਂ ਜਿਹਦੀਆਂ ਇਹ ਚੀਜ਼ਾਂ ਸਹੀ ਹੋ ਜਾਂਦੀਆਂ ਨੇ ਉਹਦਾ ਮਨ ਸਹੀ ਹੋ ਜਾਂਦਾ, ਜਿਹਦੇ ਇਹ ਗਿਆਨ ਇੰਦਰੇ ਸਹੀ ਹੋ ਜਾਂਦੇ ਆ ਉਹ ਫਿਰ ਬੰਦਾ ਵੀ ਸਹੀ ਹੋ ਜਾਂਦਾ, ਠੀਕ ਹੋ ਜਾਂਦਾ। ਇਹਦੀਆਂ ਅੱਖਾਂ ਗਲਤ ਨੇ ਉਹ ਬੰਦਾ ਗਲਤ ਆ, ਜਿਹਦੇ ਕੰਨ ਗਲਤ ਆ ਉਹ ਬੰਦਾ ਗਲਤ ਆ, ਜਿਹਦੀ ਜੀਭ ਗਲਤ ਆ ਉਹ ਬੰਦਾ ਗਲਤ ਆ। ਇਸ ਕਰਕੇ ਕਿਹਾ ਜਾਂਦਾ ਕਿ ਇਹਦਾ ਸਹੀ ਇਸਤੇਮਾਲ ਕਿਵੇਂ ਕਰੀਏ, ਇਹ ਗੁਰੂ ਸਾਨੂੰ ਸਿਖਾਉਂਦਾ। ਅੱਖਾਂ ਦਾ ਸਹੀ ਇਸਤੇਮਾਲ ਕਿਵੇਂ ਕਰੀਏ, ਕੰਨਾਂ ਦਾ ਸਹੀ ਇਸਤੇਮਾਲ ਕਿਵੇਂ ਕਰੀਏ, ਤੇ ਜੀਵ ਨੂੰ ਕਿਵੇਂ ਵਰਤਣਾ, ਰਸਨਾ ਨੂੰ, ਇਹ ਵੀ ਗੁਰੂ ਦੱਸਦਾ। ਜਾ ਕੇ ਸਿਮਰਨ ਮੁਖੇ ਉਜਲਾਰੇ, ਜੀਵ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਇਹ ਸਹੀ ਆ, ਇਹ ਉਚਿਤ ਕੰਮ ਆ, ਇਹ ਇਹਦਾ ਕੰਮ ਆ, ਉਚਿਤ ਠੀਕ ਢੰਗ ਆ। ਇਹ ਸਹੀ ਜਾ ਰਹੀ ਆ ਜੀਵ, ਇਹ ਕੂੜ ਬੋਲ ਰਹੀ ਆ, ਝੂਠ ਬੋਲ ਰਹੀ ਆ, ਗਲਤ ਜਾ ਰਹੀ, ਚੁਗਲੀਆਂ ਕਰ ਰਹੀ ਆ, ਨਿੰਦਿਆ ਕਰ ਰਹੀ ਆ ਤੇ ਬੇਵਜ੍ਹਾ ਬੋਲ ਰਹੀ ਆ, ਫਿਰ ਇਹ ਗਲਤ ਜਾ ਰਹੀ ਹੈ। ਜੀਵ ਗਲਤ ਆ ਇੱਥੇ,
ਗਲਤ ਮਾਰਗ ਤੇ ਪੈ ਗਈ ਜੀਵ। ਕੰਨ ਜੇਕਰ ਸਹੀ ਸੁਣ ਰਹੇ ਆ, ਕੁਝ ਚੰਗਾ ਸੁਣ ਰਹੇ ਆ ਗੁਰੂ ਬਾਰੇ, ਜਾਂ ਹੋਰ ਬਹੁਤ ਕੁਝ ਚੰਗਾ ਹੈ ਸੰਤਾਂ ਦੇ ਬਚਨ, ਤੇ ਜੇਕਰ ਉਹ ਸੁਣ ਰਹੇ ਆ ਕੰਨ, ਫਿਰ ਕੰਨ ਸਹੀ ਜਾ ਰਹੇ ਆ ਸਿੱਖਾ। ਜੇ ਅੱਖਾਂ ਸਹੀ ਦੇਖ ਰਹੀਆਂ, ਕਿਸੇ ਨੂੰ ਗਲਤ ਨਿਗਾਹ ਨਾਲ ਨਹੀਂ ਦੇਖ ਰਹੀਆਂ, ਚਾਹੇ ਇਸਤਰੀ ਆ ਚਾਹੇ ਪੁਰਸ਼ ਆ, ਕੋਈ ਵੀ ਆਪੋਜ਼ਿਟ ਆ, ਗਲਤ ਸੋਚ ਰਹੇ ਆ, ਫਿਰ ਉਹ ਅੱਖਾਂ ਗਲਤ ਹੋ ਗਈਆਂ। ਇੱਕ ਇੱਕ ਚੀਜ਼ ਤੇ ਧਿਆਨ ਦਿੰਦੇ ਆ ਗੁਰੂ ਪਾਤਸ਼ਾਹ ਜੀ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਣ ਨਾਨਕ ਤਿਨ ਸਦ ਬਲਿਹਾਰੇ। ਇਹੋ ਜਿਹੇ ਜਿਹੜੇ ਗੁਰਮੁਖ ਆ, ਜਿਨ੍ਹਾਂ ਦੀ ਜੀਭ ਵਧੀਆ ਚੰਗਾ ਬੋਲਦੀ ਆ, ਜਿਨ੍ਹਾਂ ਦੇ ਕੰਨ ਚੰਗਾ ਸੁਣਦੇ ਆ, ਜਿਨ੍ਹਾਂ ਦੀਆਂ ਅੱਖਾਂ ਵਾਸ਼ਨਾ ਨਾਲ ਨਹੀਂ ਭਰੀਆਂ ਹੋਈਆਂ, ਇਹ ਰੱਬ ਦੇ ਸਵਾਰੇ ਹੋਏ ਬੰਦੇ ਆ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਇਹ ਗੁਰੂ ਨੇ ਆਪ ਬਣਾਏ ਆ ਇਹੋ ਜਿਹੇ। ਸ਼ਰਨ ਨਾਨਕ ਤਿਨ ਸਦ ਬਲਿਹਾਰੇ, ਇਹਨਾਂ ਦੀ ਸ਼ਰਨ ਪੈਣਾ ਚਾਹੀਦਾ। ਇਹੋ ਜਿਹੇ ਜਿਹੜੇ ਭਲੇ ਬੰਦੇ ਆ, ਇਹਨਾਂ ਦੀ ਸੰਗਤ ਵਿੱਚ ਜਾਣਾ ਚਾਹੀਦਾ। ਇੱਕ ਫਕੀਰ ਸੀ ਕੋਈ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਆ, ਸਾਖੀ ਬਹੁਤ ਸੋਹਣੀ ਆ ਇਹ, ਕਿ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਇੱਕ ਫਕੀਰ ਕਾਲੇ ਕੱਪੜੇ ਪਾ ਕੇ ਜਾ ਰਿਹਾ ਸੀ, ਤੇ ਉਹਨੂੰ ਰਸਤੇ ਵਿੱਚ ਕੋਈ ਬਹੁਤ ਸ਼ੈਤਾਨ ਬੰਦਾ ਮਿਲਿਆ, ਇਹਨੂੰ ਬੋਲਣ ਦਾ ਬਿਲਕੁਲ ਵੀ ਨਹੀਂ ਸੀ ਪਤਾ ਕਿਵੇਂ ਬੋਲੀਦਾ। ਕਹਿਣ ਲੱਗਾ, ਫਕੀਰ ਕਾਲੇ ਕੱਪੜੇ ਤੇਰੇ ਪਾਏ ਆ, ਤੇਰਾ ਕੌਣ ਮਰ ਗਿਆ? ਕੋਈ ਜੀ ਮਰ ਗਿਆ? ਕਿਉਂਕਿ ਕਈ ਥਾਵਾਂ ਤੇ ਕਾਲੇ ਕੱਪੜੇ ਉਦੋਂ ਪਾਏ ਜਾਂਦੇ ਆ ਜਦੋਂ ਪ੍ਰਾਣੀ ਕੋਈ ਚੜ੍ਹਾਈ ਕਰ ਜਾਂਦਾ, ਜਿਵੇਂ ਅਸੀਂ ਚਿੱਟੇ ਕੱਪੜੇ ਪਾਉਂਦੇ ਹਾਂ ਕਿਸੇ ਦੇ ਭੋਗ ਸਮੇਂ, ਅੰਤਮ ਅਰਦਾਸ ਸਮੇਂ ਜ਼ਿਆਦਾ ਕਰਕੇ ਸਫੈਦ ਕੱਪੜੇ ਪਾਉਂਦੇ ਅਸੀਂ। ਕਈ ਥਾਵਾਂ ਤੇ ਕਾਲੇ ਕੱਪੜੇ ਪਾਏ ਜਾਂਦੇ, ਫੋਰਨ ਕੰਟਰੀਆਂ 'ਚ ਜ਼ਿਆਦਾ, ਵਿਦੇਸ਼ਾਂ ਵਿੱਚ। ਉਹ ਫਕੀਰ ਤਾਂ ਜਾ ਰਿਹਾ ਸੀ, ਕਹਿਣ ਲੱਗਾ, ਤੇਰਾ ਕੋਈ ਮਰ ਗਿਆ ਹੋਊਗਾ ਜਿਹੜੇ ਤੂੰ ਕਾਲੇ ਕੱਪੜੇ ਪਾਈ ਫਿਰਦਾ? ਉਹ ਕਹਿੰਦਾ, ਹਾਂ ਮੇਰੇ ਸਾਰੇ ਹੀ ਜੀ ਮਰ ਗਏ। ਫਕੀਰ ਨੇ ਜਵਾਬ ਦਿੱਤਾ, ਮੇਰੇ ਸਾਰੇ ਹੀ ਜੀ ਮਰ ਗਏ, ਜਿੰਨੇ ਵੀ ਸੀ ਕੋਈ ਵੀ ਨਹੀਂ ਬਚਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਮਰ ਗਏ। ਇਹ ਸਾਰਾ ਪਰਿਵਾਰ ਹੀ ਸੀਗਾ ਮੇਰਾ, ਮਰ ਗਿਆ, ਤੇ ਤਾਂ ਮੈਂ ਕਾਲੇ ਕੱਪੜੇ ਪਾ ਕੇ ਘੁੰਮ ਰਿਹਾ। ਫਿਰ ਉਹ ਕਹਿੰਦਾ, ਬਹੁਤ ਠੀਕ ਆ, ਚੱਲ ਪ੍ਰਸ਼ਾਦਾ ਹੀ ਛਕ ਕੇ ਜਾਈਂ। ਫਿਰ ਉਹਨੇ ਕਿਹਾ, ਪ੍ਰਸ਼ਾਦਾ ਛਕ ਜੀ, ਚੱਲ ਇਸੇ ਖੁਸ਼ੀ ਵਿੱਚ ਤੇਰੇ ਵਿਕਾਰ ਮਰ ਗਏ, ਤੈਨੂੰ ਪ੍ਰਸ਼ਾਦਾ ਹੀ ਛਕਾ ਦਿੰਦੇ ਆ। ਲੈ ਆਇਆ, ਫਕੀਰ ਸੀ ਤੇ ਆ ਗਿਆ ਉਹਦੇ ਨਾਲ, ਘਰੇ ਬਿਠਾਇਆ, ਥਾਲੀ ਅੱਗੇ ਲਿਆਂਦੀ, ਪਰੋਸੀ। ਜਦੋਂ ਖਾਣਾ ਖਾਣ ਲੱਗਾ, ਥਾਲੀ ਪਿੱਛੇ ਨੂੰ ਖਿੱਚ ਲਈ ਉਹਨੇ। ਉਹ ਜਿਹੜਾ ਸ਼ੈਤਾਨ ਵਿਅਕਤੀ ਸੀਗਾ, ਬੁਰਾ ਬੰਦਾ ਸੀ, ਉਹਨੇ ਥਾਲੀ ਪਿੱਛੇ ਨੂੰ ਖਿੱਚ ਲਈ। ਕਹਿੰਦਾ, ਤੇਰੇ ਵਰਗੇ ਵਿਹਲੜ ਨੂੰ ਕੌਣ ਖਵਾਵੇ? ਤੂੰ ਤੁਰਿਆ ਫਿਰਦਾ ਕਾਲੇ ਕੱਪੜੇ ਪਾ ਕੇ, ਰੋਟੀ ਰੱਖ ਕੇ ਅੱਗੋਂ, ਤੇ ਜਦੋਂ ਖਾਣ ਲੱਗਾ ਤੇ ਉਹਨੂੰ ਖਿੱਚੀ। ਬੰਦੇ ਦੀ ਤੋਹੀਨ ਸੀ, ਉਹਦੀ ਬੇਇੱਜ਼ਤੀ ਕਰਨ ਵਾਂਗ ਸੀ। ਆਮ ਬੰਦਾ ਹੁੰਦਾ ਤੇ ਉਹਨੂੰ ਗੁੱਸਾ ਆ ਜਾਣਾ ਸੀ, ਕੋਈ ਸਧਾਰਨ ਬੰਦਾ ਹੁੰਦਾ ਆਪਣੇ ਵਰਗਾ, ਤਾਂ ਉਹਦੇ ਤਾਂ ਵਿਕਾਰ ਮਰੇ ਹੋਏ ਆ ਸਾਰੇ, ਕ੍ਰੋਧ ਮਰਿਆ ਹੋਇਆ। ਹੁਣ ਉਹ ਕਹਿੰਦਾ, ਤਾਂ ਹੀ ਮੈਂ ਕਾਲੇ ਕੱਪੜੇ ਪਾਏ। 70 ਵਾਰ ਉਹਨੇ ਇਵੇਂ ਕੀਤਾ, ਸਾਖੀ 'ਚ ਲਿਖਿਆ। 70 ਵਾਰ, ਪੂਰੇ 70 ਵਾਰ ਥਾਲੀ ਅੱਗੇ ਰੱਖ ਕੇ ਫਿਰ ਪਿੱਛੇ ਖਿੱਚੀ। ਪਹਿਲਾਂ ਕਹਿੰਦਾ ਸੀ ਰੋਟੀ ਖਾ ਲਾ, ਫਿਰ ਖਿੱਚ ਲੈਂਦਾ ਸੀ। ਫਕੀਰ ਨੂੰ ਭੋਰਾ ਵੀ ਗੁੱਸਾ ਨਹੀਂ ਆਇਆ। ਉਹ ਕਹਿੰਦਾ, ਹੁਣ ਮੈਨੂੰ ਯਕੀਨ ਹੋ ਗਿਆ, ਤੇਰੇ ਸੱਚੀ ਵਿਕਾਰ ਮਰ ਗਏ, ਤੇ ਕਾਲੇ ਕੱਪੜੇ ਪਾਏ ਤੇਰੇ ਫੱਬਦੇ ਵੀ ਆ। ਉਹ ਕਹਿੰਦਾ, ਨਹੀਂ, ਤੈਨੂੰ ਹਜੇ ਸਮਝ ਨਹੀਂ, ਇਹ ਕੰਮ ਜਿਹੜਾ ਤੂੰ ਮੇਰੇ ਨਾਲ ਕੀਤਾ ਨਾ, ਇਹ ਇੱਕ ਕੂਕਰ ਵੀ ਕਰ ਲੂਗਾ। ਤੂੰ ਮੈਨੂੰ ਕਹਿ ਰਿਹਾ ਕਿ ਅਵਸਥਾ ਉੱਚੀ ਆ, ਸੰਤ ਹੋ ਤੁਸੀਂ, ਕਹਿੰਦਾ ਇੱਕ ਕੁੱਤਾ ਵੀ ਕਰ ਸਕਦਾ ਇਹ ਕੰਮ। ਤੁਸੀਂ ਉਹਨੂੰ ਰੋਟੀ ਪਾਓ, ਆਜੂ ਨੇੜੇ, ਤੇ ਫਿਰ ਡਾਂਗ ਮਾਰੋ, ਭਜਾ ਦਿਓ ਦੂਰ, ਫਿਰ ਰੋਟੀ ਦਿਖਾਓ, ਫਿਰ ਆਜੂ ਨੇੜੇ, ਕਰੀ ਚੱਲੋ। ਇਹ ਕੰਮ ਕੂਕਰ ਵੀ ਕਰ ਸਕਦਾ। ਸੰਤ ਇਦੋਂ ਗਾਂਹ ਵਾਲੀ ਗੱਲ ਹੁੰਦੀ ਹੈ, ਸੰਤ ਹੋਣਾ ਇਦੋਂ ਉੱਪਰ ਦੀ ਗੱਲ ਹੁੰਦੀ ਹੈ। ਇਸ ਕਰਕੇ ਕਹਿਣ ਦਾ ਭਾਵ ਇਹ ਹੈ, ਅੱਖਾਂ ਦਾ ਸਹੀ ਇਸਤੇਮਾਲ ਕਰਨਾ, ਕੰਨਾਂ ਦੀ ਸਦਵਰਤੋਂ ਕਰਨੀ, ਜੀਭ ਨਾਲ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਗੁਰੂ ਇਹ ਨਹੀਂ ਦੱਸਦਾ ਕੀ ਕਰਨਾ, ਗੁਰੂ ਇਹ ਵੀ ਦੱਸਦਾ ਕੀ ਨਹੀਂ ਕਰਨਾ। ਗੁਰੂ ਸਾਹਿਬ ਇਹ ਵੀ ਦੱਸਦੇ ਆ ਕੀ ਕਦੇ ਵੀ ਨਹੀਂ ਕਰਨਾ।
ਕੀ ਰੋਜ਼ ਕਰਨਾ। ਗੁਰੂ ਸਾਹਿਬ ਜੀ ਇਹ ਨਹੀਂ ਦੱਸਦੇ ਕਿ ਇਹ ਕਰੋ, ਗੁਰੂ ਸਾਹਿਬ ਇਹ ਵੀ ਦੱਸਦੇ ਆ ਇਹ ਕਦੇ ਨਾ ਕਰੋ। ਗੁਰੂ ਸਾਹਿਬ ਜੀ ਇਹ ਵੀ ਦੱਸਦੇ ਆ ਕਿ ਇਹ ਰੋਜ਼ ਕਰੋ। ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹੀ ਆ। ਜਾ ਕੇ ਸਿਮਰਨ ਮੁਖ ਉਜਲਾਰੇ, ਹੁਣ ਜਿਨ੍ਹਾਂ ਦੀ ਸੰਗਤ ਕੀਤਿਆਂ ਸਿਮਰਨ ਹੀ ਮਿਲ ਗਿਆ, ਹੋਰ ਬੰਦੇ ਨੂੰ ਚਾਹੀਦਾ ਵੀ ਕੀ ਆ। ਪ੍ਰਭ ਕੇ ਸੇਵਕ ਪ੍ਰਭਾਵ ਸਵਾਰੇ, ਇਹ ਗੁਰੂ ਦੇ ਸੇਵਕ ਆ ਜਿਹੜੇ ਆਪ ਉਹਨੇ ਸਾਜੇ ਆ। ਇੱਥੇ ਸਾਰੀ ਗੱਲ ਭੇਦ ਲੁਕਿਆ ਕਿ ਬੰਦੇ ਹੱਥ ਕੀ ਆ, ਬੰਦੇ ਹੱਥ ਫਿਰ ਕੀ ਆ, ਕੁਝ ਵੀ ਨਹੀਂ। ਜੇ ਹੈਗਾ ਵੀ ਆ ਤਾਂ ਉਹਦੀ ਹਉਮੈ ਹੋਊਗੀ, ਉਹਨੂੰ ਲੱਗਦਾ ਹੋਊਗਾ ਮੇਰੇ ਹੱਥ ਹੈ, ਪਰ ਉਹਦੇ ਹੱਥ ਹੈ ਨਹੀਂ ਕੁਝ। ਪ੍ਰਭ ਕੇ ਸੇਵਕ, ਜੇ ਬਾਣੀ ਪੜ੍ਹਨ ਵਾਲਾ ਕੋਈ ਮਿਲ ਰਿਹਾ ਤੁਹਾਨੂੰ, ਕੋਈ ਭਜਨ ਬੰਦਗੀ ਵਾਲਾ ਮਿਲ ਰਿਹਾ, ਤੇ ਉਹ ਅਸਲ ਦੇ ਵਿੱਚ ਉਹਦਾ ਹੀ ਸਵਾਰਿਆ ਹੋਇਆ ਵਾ। ਪ੍ਰਭ ਕੇ ਸੇਵਕ, ਰੱਬ ਦੇ ਪਿਆਰੇ, ਪ੍ਰਭ ਆਪ ਸਵਾਰੇ। ਰੱਬ ਨਹੀਂ ਭੇਜੇ ਹੋਏ ਆ, ਰੱਬ ਨਹੀਂ ਬਣਾਏ ਹੋਏ ਆ। ਸ਼ਰਨ ਨਾਨਕ ਤਿਨ ਸਦ ਬਲਿਹਾਰੇ। ਫਿਰ ਤੁਸੀਂ ਇਹਨਾਂ ਦੀ ਸੰਗਤ ਵਿੱਚ ਪਾਓ ਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਜੇ ਰਹਿਣਾ ਹੀ ਆ ਤਾਂ ਇਹਨਾਂ ਦੇ ਅੰਗ ਸੰਗ ਹੋ ਕੇ ਰਹੋ। ਕਬੀਰ ਸਾਹਿਬ ਜੀ ਦਾ ਬਚਨ ਸੁਣੋ, ਬਹੁਤ ਪਿਆਰਾ ਹੈ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ। ਜੇ ਤੁਸੀਂ ਗੁਰਮੁਖਾਂ ਦੀ ਸੰਗਤ ਵਿੱਚ ਰਹੋਗੇ, ਦਿਨ ਦਿਨ ਦੁੱਗਣਾ ਦੁੱਗਣਾ ਹੋ ਕੇ ਰੱਬ ਨਾਲ ਪ੍ਰੇਮ ਵਧੂਗਾ, ਬਹੁਤ ਪਿਆਰ ਪੈ ਜਾਊਗਾ ਰੱਬ ਨਾਲ। ਜੇ ਅੱਗੇ ਪੰਕਤੀ ਆ, ਸਾਕਤ ਕਾਰੀ ਕਾਂਬਰੀ। ਸਾਕਤ ਬੰਦੇ ਕੋਲ ਰਹੋਗੇ, ਸਾਕਤ ਕਹਿੰਦੇ ਆ ਬਾਣੀ ਵਿੱਚ ਜਿੱਥੇ ਵੀ ਆਊਗਾ ਸਾਕਤ, ਇਹਦੇ ਅਰਥ ਇਹ ਆ ਕਿ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ, ਜਿਹੜਾ ਰੱਬ ਦੀ ਪਰਵਾਹ ਨਹੀਂ ਕਰਦਾ, ਉਹਨੂੰ ਯਾਦ ਨਹੀਂ ਕਰਦਾ। ਸਾਕਤ, ਸਾਕਤ ਬੰਦਾ, ਰੱਬ ਨਾਲੋਂ ਟੁੱਟਿਆ ਹੋਇਆ ਬੰਦਾ। ਕਾਰੀ ਕਾਂਬਰੀ, ਕਾਲੀ ਕੰਬਲੀ ਆ, ਕਾਲੇ ਰੰਗ ਦੀ ਕੰਬਲੀ ਹੁੰਦੀ ਆ, ਕੰਬਲ ਹੁੰਦਾ ਜਿਵੇਂ। ਧੋਏ ਹੋਏ ਨਾ ਸੇਤ, ਜਿਹੜੀ ਧੋਤਿਆਂ ਕਦੇ ਚਿੱਟੀ ਨਹੀਂ ਹੋ ਸਕਦੀ, ਉਹ ਆ। ਤਾਂ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਨਾਲ ਰੱਬ ਨਾਲ ਪ੍ਰੇਮ ਵੱਧਦਾ। ਰੱਬ ਨਾਲ ਪ੍ਰੇਮ ਵੱਧਦਾ ਤੇ ਤੁਹਾਡੇ ਕੰਮ ਰੱਬ ਵਾਲੇ ਹੋ ਜਾਂਦੇ ਆ। ਕੰਮ ਰੱਬ ਵਾਲੇ ਹੋ ਜਾਂਦੇ, ਤੁਸੀਂ ਰੱਬ ਦੇ ਨੇੜੇ ਹੋ ਜਾਂਦੇ ਹੋ। ਰੱਬ ਦੇ ਨੇੜੇ ਹੋਣ ਕਰਕੇ ਫਿਰ ਤੁਹਾਨੂੰ ਦੁੱਖ ਤੇ ਸੁੱਖ, ਸੁੱਖ ਸੁੱਖ, ਦੁੱਖ ਦੁੱਖ ਨਹੀਂ ਲੱਗਦਾ। ਫਿਰ ਉਦੋਂ ਗਾਂਹ ਵਾਲੀ ਗੱਲ ਹੋ ਜਾਂਦੀ ਹੈ। ਤਾਂ ਕਰਕੇ ਬਾਣੀ ਵਾਰ-ਵਾਰ ਵਾਰ-ਵਾਰ ਸਾਰਾ ਹੁਕਮਨਾਮਾ ਹੈ। ਓਏ ਸਾਜਨ ਓਏ ਮੀਤ ਪਿਆਰੇ, ਉਹੀ ਤੇਰੇ ਮਿੱਤਰ ਆ, ਉਹੀ ਤੇਰੇ ਸੱਜਣ, ਜੋ ਹਮ ਕੋ ਹਰ ਨਾਮ ਚਿਤਾਰੇ, ਜਿਹੜੇ ਮੈਨੂੰ ਬਾਣੀ ਨਾਲ ਜੋੜਦੇ ਆ। ਰੋਜ਼ਾਨਾ ਜਿਹੜੀ ਆਪਾਂ ਸਾਖੀ ਸੁਣਦੇ ਹਾਂ, ਉਹ ਹੁਣ ਆਪ ਜੀ ਸਰਵਣ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਝੰਡਾ ਜੀ ਤੇ ਭਾਈ ਇੰਦਰ ਸੈਨ ਜੀ ਸਨ ਜੋ ਦੋ ਵਿਅਕਤੀ, ਉਹਨਾਂ ਨੂੰ ਦੱਸਿਆ ਕਿ ਤੁਸੀਂ ਸਰੀਰ ਨਹੀਂ ਹੈਗੇ, ਤੁਸੀਂ ਮਨ ਵੀ ਨਹੀਂ ਹੈਗੇ। ਦੇਖੋ ਉਹ ਮਨ ਬੁੱਧ ਚਿੱਤ ਅਹੰਗ ਇਹ ਵੀ ਨਹੀਂ ਹੈਗੇ, ਹੋਰ ਕੁਝ ਆ ਤੁਸੀਂ, ਇਹ ਵੀ ਮਰ ਜਾਵੇ, ਕੁਝ ਨਾ ਬਚੇ ਤੇ ਪਿੱਛੇ ਤੁਹਾਡਾ ਅਸਲ ਸਰੂਪ ਬਚਦਾ। ਉਹਨਾਂ ਨੂੰ ਸੋਝੀ ਕਰਵਾ ਦਿੱਤੀ। ਪਰ ਉਹ ਜਿਹੜਾ ਇੰਦਰ ਸੈਨ ਸੀ ਕਹਿਣ ਲੱਗਾ, ਮਹਾਰਾਜ ਇੱਥੇ ਦੇਸ਼ ਦਾ ਜਿਹੜਾ ਰਾਜਾ ਹੈ ਉਹ ਮੇਰੇ ਮਾਮਾ ਜੀ ਲੱਗਦੇ, ਮੈਂ ਉਹਨਾਂ ਦਾ ਭਾਣਜਾ ਹਾਂ, ਉਹਨਾਂ 'ਤੇ ਵੀ ਕਿਰਪਾ ਕਰੋ। ਉਹਨਾਂ ਦਾ ਨਾਮ ਸਦਰ ਸੈਨ ਆ, ਕਿਰਪਾ ਕਰੋ ਜੀ ਉਹਨਾਂ 'ਤੇ, ਉਹਨਾਂ ਨੂੰ ਵੀ ਸਿੱਖੀ ਬਖਸ਼ੋ। ਕਿਉਂਕਿ ਜੇ ਰਾਜੇ ਕੋਲ ਸਿੱਖੀ ਹੋਊਗੀ ਤਾਂ ਪਰਜਾ ਕੋਲ ਸਿੱਖੀ ਆ ਜੂਗੀ। ਜੇ ਰਾਜਾ ਹੀ ਉਹੋ ਜਿਹਾ ਹੈ ਤੇ ਫਿਰ ਪਰਜਾ ਵੀ ਉਹੋ ਜਿਹੀ ਹੋਊਗੀ। ਜੇ ਪਰਜਾ ਉਹੋ ਜਿਹੀ ਆ, ਰਾਜਾ ਉਹੋ ਜਿਹਾ ਹੋਊਗਾ, ਰਾਜਾ ਉਹੋ ਜਿਹਾ ਤੇ ਪਰਜਾ 'ਤੇ ਪ੍ਰਭਾਵ ਪਊਗਾ। ਰਾਜੇ ਨੂੰ ਸਿੱਖੀ ਬਖਸ਼ੋ ਮਹਾਰਾਜ। ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਮੰਨੀ, ਕਹਿੰਦੇ ਬੁਲਾ ਲਿਆਓ ਉਹਨਾਂ ਨੂੰ। ਉਹ ਗਏ। ਫਿਰ ਇੰਦਰ ਸੈਨ ਜੀ ਮਹਿਲਾਂ ਦੇ ਵਿੱਚ ਗਏ ਆਪਦੇ ਮਾਮਾ ਜੀ ਕੋਲ, ਕਹਿਣ ਲੱਗੇ ਕਿ ਇੱਕ ਨਾ ਕੋਈ ਸੰਤ ਆਇਆ ਹੋਇਆ ਪਿੰਡ ਦੇ ਬਾਹਰ ਤੇ ਉਹ ਦੋ ਦੇ ਨਾਲ ਸਾਥੀ ਆ ਤੇ ਇੱਕ ਰਬਾਬ ਮੋਢਿਆਂ ਤੇ ਟੰਗੀ ਫਿਰਦਾ ਹੈ, ਬਹੁਤ ਸੋਹਣੀ ਜਦੋਂ ਵਜਾਉਂਦਾ ਰਬਾਬ, ਫੁੱਲ ਖਿੜਦੇ ਆ, ਬਹੁਤ ਮਧੁਰ ਸੰਗੀਤ ਆ। ਤੇ ਮੈਂ ਚਾਹੁੰਦਾ ਕਿ ਮਾਮਾ ਜੀ ਤੁਸੀਂ ਉਹਨਾਂ ਦੇ ਦਰਸ਼ਨ ਜ਼ਰੂਰ ਕਰੋ ਇੱਕ ਵਾਰ। ਉਹ ਰਾਜਾ ਵੀ ਭਲਾ ਹੀ ਸੀਗਾ, ਉਹਨੂੰ ਪਤਾ ਸੀ ਇੰਦਰ ਸੈਨ ਬੰਦਗੀ ਵਾਲਾ ਮੇਰਾ ਭਾਣਜਾ। ਉਹਨੇ ਜਦੇ ਹੀ ਉਹਨੇ ਦੇਰੀ ਨਹੀਂ ਕੀਤੀ, ਸਾਧੂ ਕੋ ਮਿਲਣੇ ਜਾਈਏ ਸਾਥ ਨ ਲੀਜੈ ਕੋਈ, ਨੇ ਬਿਲੰਬ ਧਰਮੰ ਨੇ ਬਿਲੰਬ ਪਾਪੰ। ਧਰਮ ਦੇ ਕੰਮ ਕਰਨ ਲੱਗੀਆਂ ਕਾਹਦੀ ਦੇਰ,
ਗੁਰੂ ਅਰਜਨ ਦੇਵ ਜੀ ਕਹਿੰਦੇ, ਜੇਕਰ ਤੁਹਾਨੂੰ ਗੁੱਸਾ ਆਉਂਦਾ ਕਿਸੇ ਤੇ, ਗਾਲ ਕੱਢਣ ਨੂੰ ਚਿੱਤ ਕਰਦਾ, ਉਹਨੂੰ ਪੈਂਡਿੰਗ ਕਰ ਦਿਓ, ਉਹਨੂੰ ਕਹੋ ਮੈਂ ਸ਼ਾਮ ਨੂੰ ਕੱਢੂੰਗਾ। ਇਹ ਸ਼ਾਮ ਨੂੰ ਕਹੋਗੇ ਕੱਲ੍ਹ ਨੂੰ ਕੱਢੂੰਗਾ, ਇਹ ਦੇਰੀ ਕਰੋਗੇ ਤੁਸੀਂ ਵੇਖੋਗੇ ਤੁਸੀਂ ਗਾਲ ਨਹੀਂ ਕੱਢ ਸਕਦੇ ਫਿਰ ਉਹਨੂੰ। ਇਹ ਤੁਸੀਂ ਚੰਗੇ ਕੰਮਾਂ ਨੂੰ ਤੁਰੰਤ ਕਰਨਾ ਸ਼ੁਰੂ ਕਰ ਦਿਓ, ਮਾੜੇ ਕੰਮਾਂ ਨੂੰ ਲੇਟ ਕਰੋ ਤਾਂ ਤੁਹਾਡੀ ਜ਼ਿੰਦਗੀ ਇਵੇਂ ਵੀ ਬਦਲਦੀ ਆ। ਇਸ ਕਰਕੇ ਫਿਰ ਉਹ ਜਿਹੜਾ ਰਾਜਾ ਸੀ, ਉਹ ਜਦੇ ਹੀ ਰੱਥ 'ਤੇ ਸਵਾਰ ਹੋ ਕੇ ਪਹੁੰਚਿਆ ਕਿ ਕਿਤੇ ਦੇਰ ਨਾ ਹੋ ਜੇ, ਸਾਧੂ ਸੰਤ ਚਲੇ ਨਾ ਜਾਣ। ਆ ਗਿਆ ਫਿਰ ਉਹ ਗੁਰੂ ਸਾਹਿਬ ਜੀ ਮਹਾਰਾਜ ਅੱਗੇ ਨੀਵਾਂ ਹੋ ਗਿਆ, ਰਾਜਾ ਬਣ ਕੇ ਨਹੀਂ ਆਇਆ, ਬਹੁਤ ਨੀਵਾਂ ਹੋਇਆ। ਗੁਰੂ ਸਾਹਿਬ ਜੀ ਨੇ ਉਹਨੂੰ ਵੀ ਸਿੱਖੀ ਬਖਸ਼ੀ ਉੱਤੇ, ਉਹਦੇ ਨਾਲ ਵੀ ਉਹਨੂੰ ਦੱਸਿਆ ਕਿ ਇਹ ਰਾਜਾ ਜਿਹੜਾ ਹੁੰਦਾ, ਅਤੇ ਜਦੋਂ ਆਪਾਂ ਪਰਜਾ ਨੂੰ ਸੁਖੀ ਰੱਖਦੇ ਹਾਂ, ਸਾਡੀਆਂ ਜੜ੍ਹਾਂ ਹਰੀਆਂ ਰਹਿੰਦੀਆਂ ਰਾਜ ਦੀਆਂ। ਜੇ ਤੁਸੀਂ ਪਰਜਾ ਨੂੰ ਦੁਖੀ ਕਰਦੇ ਹੋ, ਜੜ੍ਹਾਂ ਪੁੱਟੀਆਂ ਜਾਂਦੀਆਂ। ਉਹ ਬੰਦੇ ਜਿਹੜੇ ਸਿਤਾਰਿਆਂ ਵਾਂਗ ਚਮਕਦੇ ਸੀ ਕਦੇ, ਅੱਜ ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ। ਇਹੋ ਜਿਹੇ ਬੰਦੇ ਹੋਏ ਜਿਹੜੇ ਰਾਜਨੀਤੀ ਵਿੱਚ ਪੂਰੇ ਸਟਾਰ ਸੀਗੇ ਕਿਸੇ ਵਕਤ, ਅੱਜ ਖਤਮ ਹੋ ਗਏ, ਕੋਈ ਉਹਨਾਂ ਦਾ ਨਾਂ ਨਹੀਂ ਲੈਂਦਾ। ਇਹ ਸਭ ਹੁੰਦਾ ਜਦੋਂ ਤੁਸੀਂ ਆਪਣੀ ਪਰਜਾ ਦਾ ਖਿਆਲ ਨਹੀਂ ਰੱਖਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਦੋਂ ਤੁਹਾਡੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ। ਮੁਗਲਾਂ ਦਾ ਰਾਜ ਕਿੰਨਾ ਰਿਹਾ, ਬਾਬਰ ਨੇ ਕਿੰਨੇ ਹਮਲੇ ਕੀਤੇ, ਬਹੁਤ ਜਿੱਤਾਂ ਕੀਤੀਆਂ। ਬਾਬਰ ਤੋਂ ਬਾਅਦ ਹਮਾਯੂੰ ਆਇਆ, ਹਮਾਯੂੰ ਤੋਂ ਬਾਅਦ ਅਕਬਰ ਬਾਦਸ਼ਾਹ ਬੈਠਾ, ਅਕਬਰ ਭਲਾ ਬੰਦਾ ਸੀ। ਫਿਰ ਜਹਾਂਗੀਰ ਆ ਗਿਆ, ਜਹਾਂਗੀਰ ਤੋਂ ਬਾਅਦ ਫਿਰ ਸ਼ਾਹਜਹਾਂ ਬਹਿ ਗਿਆ ਗੱਦੀ 'ਤੇ, ਸ਼ਾਹਜਹਾਂ ਤੋਂ ਬਾਅਦ ਫਿਰ ਔਰੰਗਜ਼ੇਬ। ਔਰੰਗਜ਼ੇਬ ਨੇ ਜੋ ਗਲਤ ਕੀਤਾ, ਇਤਨਾ ਕੁਝ ਗਲਤ ਕਰਤਾ ਉਹਨੇ ਆਪਦੀਆਂ ਜੜ੍ਹਾਂ ਪਟਾਈਆਂ। ਮੁਗਲ ਸਾਮਰਾਜ ਖਤਮ ਨਹੀਂ ਸੀ ਹੋਣਾ। ਇਹ ਗੁਰੂ ਤੇਗ ਬਹਾਦਰ ਜੀ ਦੇ ਬਚਨ ਆ, ਗੁਰੂ ਗੋਬਿੰਦ ਸਿੰਘ ਜੀ ਦੇ, ਕਿ ਜੋ ਔਰੰਗਜ਼ੇਬ ਤੂੰ ਕੀਤਾ, ਜੋ ਤੁਹਾਡੇ ਬਜ਼ੁਰਗਾਂ ਨੇ ਗੱਦੀ ਲਈ ਸੀਗੀ, ਇਹ ਦਿੱਲੀ ਦਾ ਤਖਤ ਲਿਆ ਸੀ, ਉਹ ਤੂੰ ਹੀ ਖਤਮ ਕੀਤਾ ਅਸਲ ਵਿੱਚ ਖੁਦ। ਉਹਦੀਆਂ ਜੜ੍ਹਾਂ ਆਪ ਤੂੰ ਪੁੱਟੀਆਂ ਨੇ। ਆਪਣ ਹੱਥੀ ਆਪਣੀ ਜੜ ਆਪ ਉਹ ਪੱਟੇ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ। ਭਾਈ ਗੁਰਦਾਸ ਜੀ ਦੀ ਵਾਰ ਆ। ਜੇ ਤੁਸੀਂ ਉਹਨੂੰ ਰਾਜ 'ਤੇ ਬਿਠਾਓਗੇ ਤਾਂ ਉਹਨੂੰ ਨਹੀਂ ਨਾ ਪਤਾ ਵੀ ਇਹ ਕਿਵੇਂ ਚਲਾਉਣਾ ਰਾਜ ਭਾਗ। ਕੁੱਤੇ ਨੂੰ ਜੇਕਰ ਤੁਸੀਂ ਕੁੱਕਰ ਨੂੰ ਬਿਠਾਓਗੇ, ਉਹ ਚੱਕੀ ਹੀ ਚੱਟੂਗਾ, ਉਹਦੇ ਕੰਮ ਉਹ ਰਹਿਣੇ ਆ। ਕਾਂ ਨੂੰ ਤੁਸੀਂ ਉੱਚੀ ਜਗ੍ਹਾ 'ਤੇ ਬਿਠਾ ਦਿਓ, ਉਹਨੇ ਬਾਜ ਨਹੀਂ ਬਣ ਜਾਣਾ। ਕਾਂ ਨੂੰ ਚਬੂਤਰੇ 'ਤੇ ਬਿਠਾ ਦਿਓ, ਕਾਂ ਕਾਂ ਹੀ ਰਹਿਣਾ, ਬਾਜ ਬਾਜ ਹੀ ਹੁੰਦਾ। ਤਾਂ ਔਰੰਗਜ਼ੇਬ ਦੇ ਜਿਹੜੇ ਕਰਮ ਸੀਗੇ ਤਾਂ ਉਹਨੇ ਖਤਮ ਕੀਤਾ ਮੁਗਲ ਸਾਮਰਾਜ। ਖਤਮ ਨਹੀਂ ਸੀ ਹੋਣਾ, ਇਹ ਖਤਮ ਨਹੀਂ ਸੀ ਹੋਣ ਵਾਲਾ ਜਿੰਨੀ ਉਹਨਾਂ ਦੀ ਤਾਕਤ ਸੀ। ਤਾਂ ਕਹਿਣ ਦਾ ਭਾਵ ਇਹ ਸੀ ਗੁਰੂ ਨਾਨਕ ਜੀ ਦਾ, ਜਦੋਂ ਕੋਈ ਵੀ ਰਾਜਾ ਪਰਜਾ ਦਾ ਖਿਆਲ ਨਹੀਂ ਰੱਖਦਾ, ਉਹਨੂੰ ਮਾਰਨ 'ਤੇ ਤੁਲ ਜਾਂਦਾ ਹੈ, ਉਹਦਾ ਸ਼ੋਸ਼ਣ ਕਰਦਾ ਹੈ, ਉਦੋਂ ਖਤਮ ਹੋ ਜਾਂਦਾ ਉਹਦਾ ਰਾਜ। ਹਾਂ, ਹੋ ਸਕਦਾ 2 ਸਾਲ 4 ਸਾਲ 5 ਸਾਲ ਚੱਲੀ ਜਾਵੇ, ਪਰ ਅੰਤ ਉਹਨੇ ਖਤਮ ਹੋਣਾ ਹੀ ਹੋਣਾ ਹੈ। ਤਾਂ ਫਿਰ ਉਹ ਸਦਰ ਸੈਨ ਰਾਜੇ ਨੇ ਆਖਿਆ, ਗੁਰੂ ਸਾਹਿਬ ਜੀ ਮੈਂ ਨਹੀਂ ਕਦੇ ਵੀ ਇੱਦਾਂ ਕਰਾਂਗਾ। ਉਹਨਾਂ ਨੇ ਉੱਥੇ ਧਰਮਸ਼ਾਲਾ ਬਣਾਈ ਰਾਜੇ ਨੇ, ਗੁਰੂ ਸਾਹਿਬ ਜੀ ਦੇ ਕਹਿਣ 'ਤੇ। ਸੁਬਾਹ ਸ਼ਾਮ ਆਪ ਹੋਣ ਲੱਗਾ, ਉਹ ਕੀਰਤਨ ਹੋਣ ਲੱਗ ਗਿਆ, ਉੱਥੇ ਸੰਗਤ ਜੁੜਨ ਲੱਗ ਗਈ। ਇੱਦਾਂ ਜਿਹੜਾ ਇਹ ਟਾਪੂ ਸੀਗਾ ਇੱਕ ਸਮੁੰਦਰ ਦੇ ਵਿੱਚ, ਬਹਿਸੀਰ ਇਹਦਾ ਨਾਮ ਆਇਆ ਇਤਿਹਾਸ ਵਿੱਚ, ਅਤੇ ਬਹੁਤ ਸੋਹਣਾ ਨਗਰ ਬਣ ਗਿਆ, ਬਹੁਤ ਸੋਹਣਾ ਟਾਪੂ ਬਣਿਆ। ਕਾਹਦੇ ਨਾਲ? ਸਿਮਰਨ ਦੇ ਨਾਲ ਬਣਿਆ। ਕਾਹਦੇ ਨਾਲ? ਸੰਗਤ ਦੇ ਨਾਲ। ਜਾ ਕੇ ਸਿਮਰਨ ਮੁਖ ਉਜਲਾਰੇ, ਓਏ ਸਾਜਨੋ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਫਿਰ ਉਹ ਕਹਿਣ ਲੱਗਾ, ਗੁਰੂ ਸਾਹਿਬ ਜੀ ਤੁਸੀਂ ਤਾਂ ਮੇਰੇ ਮਿੱਤਰ ਹੀ ਹੋ। ਸਦਰ ਸੈਨ ਨੇ ਕਿਹਾ, ਤੁਸੀਂ ਤਾਂ ਮੇਰੇ ਅਸਲੀ ਸਾਜਣ ਹੋ। ਮੈਨੂੰ ਚਾਨਣ ਜੋ ਕਰਵਾ ਦਿੱਤਾ, ਮੈਨੂੰ ਦੱਸ ਦਿੱਤਾ ਕਿ ਇਹ ਵੀ ਇੱਕ ਕਰਮ ਆ, ਸੁਬਾਹ ਸ਼ਾਮ ਤੇਰੀ ਬੰਦਗੀ ਕਰਨੀ, ਇਹ ਵੀ ਇੱਕ ਕਰਮ ਹੀ ਹੁੰਦਾ। ਸੋਝੀ ਕਰਵਾ ਦਿੱਤੀ। ਸੋ ਗੁਰੂ ਪਿਆਰਿਓ, ਕਹਿਣ ਦਾ ਭਾਵ ਇਹ ਹੈ, ਜਦੋਂ ਸਾਡੀਆਂ ਅੱਖਾਂ ਸਹੀ ਵੇਖਣ ਲੱਗ ਜਾਂਦੀਆਂ, ਅੱਖਾਂ ਸੰਗਤ ਕਰਦੀਆਂ, ਜਦੋਂ ਇਹ ਸਹੀ ਹੋ ਜਾਂਦੀਆਂ, ਬੰਦਾ ਸਹੀ ਹੋ ਜਾਂਦਾ। ਜਦੋਂ ਬੰਦੇ ਦੀ ਜੀਭ ਸਹੀ ਹੋ ਜਾਂਦੀ ਹੈ, ਬੰਦਾ ਠੀਕ ਹੋ ਜਾਂਦਾ। ਜਦੋਂ ਬੰਦੇ ਦੇ ਕੰਨ ਸਹੀ ਕੁਝ ਸੁਣਨ ਲੱਗ ਜਾਂਦੇ, ਬੰਦਾ ਚੱਜ ਅਚਾਰ ਸਿੱਖ ਜਾਂਦਾ। ਇਹ ਸਾਰੀਆਂ ਚੀਜ਼ਾਂ ਨੇ। ਤਾਂ ਜਦੋਂ ਵੀ ਤੁਹਾਨੂੰ ਦਿਲ ਕਰੇ ਵੀ ਮਨ ਕਹਿੰਦਾ ਕੁਝ ਗਲਤ ਕਰਨਾ, ਉਹਨੂੰ ਲੇਟ ਕਰ ਦਿਓ। ਗੁਰੂ ਸਾਹਿਬ ਅੱਗੇ ਅਰਦਾਸ ਕਰੋ। ਮਾੜੇ ਖਿਆਲ ਆਉਂਦੇ ਰਹਿੰਦੇ ਆ, ਮੈਂ ਇਹਨਾਂ ਨੂੰ ਪੈਂਡਿੰਗ ਕਰਾਂ,
ਚੰਗੇ ਖਿਆਲ ਵੀ ਆਉਂਦੇ ਰਹਿੰਦੇ ਆ। ਮੈਂ ਇਹਨਾਂ ਨੂੰ ਤੁਰੰਤ ਕਰਾਂ। ਜਿੱਦਾਂ ਇੱਕ ਛੋਟੀ ਜਿਹੀ ਕਹਾਣੀ ਆ, ਇੱਕ ਲੇਖਕ ਸੀਗਾ ਕੋਈ, ਉਹਦੇ ਆਪਦੀ ਆਟੋਬਾਇਓਗ੍ਰਾਫੀ ਮੈਂ ਪੜ੍ਹੀ, ਜੀਵਨੀ, ਸਵੈ ਜੀਵਨੀ ਇਹਨੂੰ ਕਹਿੰਦੇ। ਉਹ ਕਹਿੰਦਾ ਮੈਨੂੰ ਕਿਸੇ ਨੇ ਨਾ, ਮੈਂ ਪੁਸਤਕ ਛਾਪੀ ਅਤੇ ਬਦਲੇ ਵਿੱਚ ਬਹੁਤ ਗਾਲਾਂ ਭਰ ਕੇ ਇੱਕ ਇਸਤਰੀ ਦੀ ਚਿੱਠੀ ਆਈ ਹੋਈ, ਉਹਨੇ ਮੈਨੂੰ ਬਹੁਤ ਮਾੜੇ ਸ਼ਬਦ ਲਿਖੇ, ਬਹੁਤ ਜ਼ਿਆਦਾ ਮਾੜੇ ਸ਼ਬਦ ਕਿ ਉਹ ਪੜ੍ਹੇ ਨਾ ਜਾਣ। ਕਹਿੰਦਾ ਮੇਰਾ ਦਿਲ ਕਰੇ ਮੈਂ ਹੁਣੇ ਇਹਨੂੰ ਜਵਾਬ ਵਿੱਚ ਚਿੱਠੀ ਲਿਖਾਂ ਅਤੇ ਇਹਨੂੰ ਵੀ ਇੱਦਾਂ ਹੀ ਬੋਲਾਂ। ਕਹਿੰਦਾ ਉਸ ਦਿਨ ਮੈਂ ਦੇਖਿਆ, ਮੈਨੂੰ ਕੰਮ ਸੀ ਕੋਈ, ਮੈਂ ਸੋਚਿਆ ਚਲੋ ਸ਼ਾਮ ਨੂੰ ਲਿਖ ਦਾਂਗੇ, ਸ਼ਾਮੀ ਲਿਖਾਂਗੇ। ਉਹ ਆਪਦੇ ਕੰਮਾਂ 'ਚ ਰੁੱਝ ਗਿਆ। ਸ਼ਾਮੀ ਉਹਨੇ ਜਦੋਂ ਚਿੱਠੀ ਲਿਖਣੀ ਚਾਹੀ, ਉਹ ਕਹਿੰਦਾ ਚਲੋ ਮੈਂ ਲਿਖੀ, ਪਰ ਮੈਨੂੰ ਲੱਗਾ ਵੀ ਜ਼ਿਆਦਾ, ਮੈਂ ਵੀ ਕੁਝ ਜ਼ਿਆਦਾ ਲਿਖ ਲਿਆ। ਉਹ ਕਹਿੰਦਾ ਚੱਲ ਕੱਲ੍ਹ ਨੂੰ ਦੇਖਾਂਗੇ। ਉਹ ਕਹਿੰਦਾ ਮੈਂ ਕੱਟਦਾ ਗਿਆ, ਮੈਂ ਹਫ਼ਤੇ ਬਾਅਦ ਜਦੋਂ ਚਿੱਠੀ ਲਿਖਦਾ, ਕਹਿੰਦਾ ਉਦੋਂ ਮੈਂ ਸਗੋਂ ਨਾ ਥੈਂਕ ਯੂ ਹੀ ਲਿਖਤਾ, ਧੰਨਵਾਦ ਹੀ ਕਰਤਾ। ਕਹਿੰਦਾ ਜਦੋਂ ਉਹਨੇ ਮੈਨੂੰ ਜਵਾਬ ਦਿੱਤਾ ਉਦੋਂ ਤਾਂ ਮਨ ਕੀਤਾ ਮੈਂ ਵੀ ਉਹਨੂੰ ਗਲਤ ਸ਼ਬਦ ਲਿਖਾਂ ਚਿੱਠੀ ਵਿੱਚ, ਪਰ ਹਫ਼ਤੇ ਕੁ ਬਾਅਦ ਕਹਿੰਦੇ ਮੈਂ ਧੰਨਵਾਦ ਹੀ ਕਰਤਾ ਵੀ ਚਲੋ ਆਪਦੇ ਵਿਚਾਰ ਹੁੰਦੇ ਆ, ਇਹ ਤੁਹਾਡੇ ਖਿਆਲ ਆ, ਮੈਂ ਨਹੀਂ ਇਹ ਬਦਲ ਸਕਦਾ, ਤੁਸੀਂ ਮੇਰੀ ਪੁਸਤਕ ਪੜ੍ਹੀ ਅਤੇ ਧੰਨਵਾਦ ਹੀ ਆ। ਤਾਂ ਫਿਰ ਉਹ ਕਹਿੰਦੇ ਮੈਂ ਇਹ ਦੇਖਿਆ ਵੀ ਮਨ ਕਿਵੇਂ ਬਦਲਦਾ ਸਾਡਾ। ਹਫ਼ਤੇ ਬਾਅਦ ਕੀ ਬਣ ਗਿਆ ਉਹ। ਜੇ ਮੈਂ ਜਦੇ ਹੀ ਉਹਨੂੰ ਜਵਾਬ ਦਿੰਦਾ ਅਤੇ ਫਿਰ ਲੜਾਈ ਹੋਣੀ ਸੀ, ਹੋਰ ਕੁਝ ਵੱਧ ਸਕਦਾ ਸੀ। ਹਫ਼ਤੇ ਬਾਅਦ ਮੈਂ ਉਹਦਾ ਸ਼ੁਕਰਾਨਾ ਕੀਤਾ, ਫਿਰ ਉਹਦੀ ਚਿੱਠੀ ਦੁਬਾਰਾ ਆਈ ਵੀ ਮੈਨੂੰ ਮਾਫ਼ ਕਰੋ। ਅੱਗੋਂ ਫਿਰ ਉਹ ਵੀ ਨਿਮਰਤਾ ਵਿੱਚ ਆ ਗਏ। ਕਹਿਣ ਦਾ ਭਾਵ ਇਹ ਹੁੰਦਾ ਵੀ ਚੰਗਾ ਕਰਮ ਜਿਹੜਾ ਹੈ ਉਹਨੂੰ ਜਦੇ ਹੀ ਕਰ ਦਿਓ, ਲੇਟ ਨਾ ਕਰੋ। ਬਾਣੀ ਇਹੀ ਕਹਿੰਦੀ ਹੈ। ਮਾੜਾ ਕੰਮ ਉਹਨੂੰ ਦੇਰ ਕਰੋ, ਉਹਨੂੰ ਲੇਟ ਕਰ ਦਿਓ, ਕਹੋ ਸੋਚੋ ਕੱਲ੍ਹ ਕਰਾਂਗੇ, ਪਰਸੋਂ ਕਰਾਂਗੇ, ਹਫ਼ਤੇ ਬਾਅਦ ਕਰ ਲਾਂਗੇ। ਚੰਗਾ ਕੰਮ ਜਦੇ ਹੀ ਕਰੋ। ਮਾੜੇ ਖਿਆਲ ਤੁਹਾਡੇ ਅੰਦਰ ਵੀ ਆਉਂਦੇ ਆ, ਚੰਗੇ ਵੀ ਆਉਂਦੇ ਆ, ਸਭ ਦੇ ਹੀ ਆਉਂਦੇ ਆ। ਤਾਂ ਆਪਾਂ ਫਿਰ ਇਹਨਾਂ ਨੂੰ ਦੇਖਣਾ ਵੀ ਕਿਹੜੀ ਚੀਜ਼ ਪੈਂਡਿੰਗ ਕਰਨੀ ਆ, ਕਿਹੜੀ ਚੀਜ਼ ਜਦੇ ਹੀ ਕਰਨੀ ਆ। ਅਸੀਂ ਕੀ ਕਰ ਰਹੇ ਹਾਂ, ਬੁਰੇ ਕਾਮ ਕੋ ਊਠ ਖਲੋਇਆ, ਇਹ ਪੰਗਤੀ ਦੱਸਦੀ। ਮਾੜੇ ਕੰਮ ਨੂੰ ਜਦੇ ਹੀ ਕਰ ਦਿੰਦੇ, ਚੰਗੇ ਕੰਮ ਨੂੰ ਨਾਮ ਕੀ ਬੇਲਾ ਪੈ ਪੈ ਸੋਇਆ। ਚੰਗੇ ਕੰਮ ਵਾਰੀ ਆਪਾਂ ਕਹਿੰਦੇ ਆਲਸ ਪੈਦਾ ਹੋ ਗਈ, ਕੱਲ੍ਹ ਨੂੰ ਕਰ ਲਾਂਗੇ, ਪਰਸੋਂ ਕਰ ਲਾਂਗੇ। ਬੰਦਗੀ ਆਪਾਂ ਕਿਉਂ ਨਹੀਂ ਕਰ ਪਾਏ? ਆਪਾਂ ਕਿਹਾ ਸੀ ਕੱਲ੍ਹ ਨੂੰ ਕਰ ਲਾਂਗੇ, ਪਰਸੋਂ ਕਰ ਲਾਂਗੇ। ਕਿੰਨੀ ਜ਼ਿੰਦਗੀ ਲੰਘ ਗਈ, ਬਾਕੀ ਕੰਮ ਆਪਾਂ ਜਦੇ ਹੀ ਕਰ ਲਏ, ਇਹਨੂੰ ਟਾਲ ਦਿੱਤਾ। ਟਾਲੇ ਟੋਲੇ ਦਿਨ ਗਿਆ ਕਬੀਰ, ਟਾਲ ਮਟੋਲਿਆਂ 'ਚ ਦਿਨ ਲੰਘ ਗਿਆ। ਵਿਆਜ ਬੜੰਤੋ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਲ, ਕਬੀਰ ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਜਿਹੜਾ ਕੰਮ ਤੂੰ, ਚੰਗਾ ਕੰਮ ਜਿਹੜਾ ਤੂੰ ਕੱਲ੍ਹ ਕਰਨਾ ਅੱਜ ਕਰ ਲਾ। ਚੰਗੇ ਕੰਮ ਨੂੰ ਕਹਿ ਰਿਹਾ, ਜਿਹੜਾ ਅੱਜ ਸ਼ਾਮੀ ਕਰਨਾ ਹੁਣੇ ਕਰ ਲਾ, ਕੀ ਪਤਾ ਤੇਰਾ ਕੱਲ੍ਹ ਹੋਵੇ ਨਾ ਤੇ ਕਾਲ ਆ ਜੇ। ਗੁਰੂ ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਆਓ ਨਾਮ ਦੇ ਰਸੀਏ ਬਣੀਏ। ਜੋ 1 ਮਿੰਟ ਵੀ ਕਹਿਣਾ ਨਾ, ਬਸ ਉਹਦੇ ਹੋ ਕੇ ਕਹੀਏ। ਫਿਰ 1 ਮਿੰਟ ਕਿਹਾ ਵੀ ਇਉਂ ਲੱਗੂ ਵਾਕਈ 24 ਘੰਟਿਆਂ 'ਚ ਫੈਲ ਗਿਆ। ਗੁਰੂ ਸਾਹਿਬ ਜੀ ਅਸੀਸ ਬਖਸ਼ਣ ਆਪਣੀ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਓ।